ਵਿਜੀਲੈਂਸ ਦੇ ਐਕਸ਼ਨ ਦਾ ਸਾਬਕਾ ਮੰਤਰੀ ਤੇ ਵਿਧਾਇਕ ਵਿਜੀਲੈਂਸ ਦੀ ਰਡਾਰ ਤੇ ਨੇ। ਸੂਤਰਾਂ ਮੁਤਾਬਿਕ ਸਾਬਕਾ ਖੇਡ ਮੰਤਰੀ ਪ੍ਰਗਟ ਸਿੰਘ ਤੇ ਵਿਜੀਲੈਂਸ ਸ਼ਿਕੰਜਾ ਕੱਸ ਸਕਦੀ ਹੈ। ਤਾਂ ਉਧਰ ਅੰਮ੍ਰਿਤਸਰ 'ਚ ਵੀ ਵਿਜੀਲੈਂਸ ਦਾ ਐਕਸ਼ਨ ਨਜ਼ਰ ਆਇਆ ਤੇ ਦਸਤਕ ਦਿੱਤੀ ਓਪੀ ਸੋਨੀ ਦੀ ਨਵੀਂ ਬਣ ਰਹੀ ਕੋਠੀ ਤੇ। ਕਾਂਗਰਸ ਦੇ ਇੱਕ ਸਾਬਕਾ ਵਿਧਾਇਕ ਦਾ ਸਾਹਮਣਾ ਵੀ ਵਿਜੀਲੈਂਸ ਨਾਲ ਹੋਇਆ। ਮਾਨ ਸਰਕਾਰ ਦਾ ਭ੍ਰਿਸ਼ਟਾਚਾਰ ਤੇ ਵਾਰ ਲਗਾਤਾਰ ਜਾਰੀ ਹੈ ਤੇ ਐਕਸ਼ਨ ਵਾਲੇ ਕਦਮ ਬਿਨਾਂ ਕਿਸੇ ਰੁਕਾਵਟ ਦੇ ਅੱਗੇ ਵਧਾਏ ਜਾ ਰਹੇ ਨੇ। ਕਈ ਸਾਬਕਾ ਮੰਤਰੀ ਤੇ ਵਿਧਾਇਕ ਵਿਜੀਲੈਂਸ ਦੀ ਰਡਾਰ ਤੇ ਨੇ ਤੇ ਆਉਣ ਵਾਲੇ ਦਿਨਾਂ 'ਚ ਕਈ ਵੱਡੇ ਖੁਲਾਸੇ ਵੀ ਹੋ ਸਕਦੇ ਨੇ। ਪਹਿਲਾਂ ਜ਼ਿਕਰ ਉਸ ਸਾਬਕਾ ਮੰਤਰੀ ਦਾ ਜੋ ਚੰਨੀ ਸਰਕਾਰ ਦੀ ਵਜ਼ਾਰਤ ਦਾ ਹਿੱਸਾ ਰਹੇ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਸਾਬਕਾ ਖੇਡ ਮੰਤਰੀ ਪ੍ਰਗਟ ਸਿੰਘ ਤੇ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਵਿਜੀਲੈਂਸ ਜਾਂਚ ਦੇ ਵਿੱਚ ਪ੍ਰਗਟ ਸਿੰਘ ਦਾ ਨਾਮ ਸਾਹਮਣੇ ਆਇਆ ਹੈ। ਦਰਅਸਲ ਪੂਰਾ ਮਾਮਲਾ ਕਥਿਤ ਸਪੋਰਟਸ ਕਿੱਟ ਘੁਟਾਲੇ ਦੇ ਨਾਲ ਜੁੜਿਆ ਹੋਇਆ ਹੈ, ਜਿਸ ਦੇ ਵਿੱਚ ਆਈਐਸ ਅਜੋਏ ਸ਼ਰਮਾ ਦਾ ਨਾਮ ਵੀ ਸਾਹਮਣੇ ਆਇਆ ਹੈ। ਵਿਜੀਲੈਂਸ ਜਾਂਚ ਦੇ ਵਿੱਚ ਕਈ ਹੋਰ ਅਧਿਕਾਰੀਆਂ ਦੇ ਨਾਮ ਹੀ ਦੱਸੇ ਜਾ ਰਹੇ ਨੇ। ਸੂਤਰਾਂ ਮੁਤਾਬਿਕ ਸਾਬਕਾ ਪੀਸੀਐਸ ਅਧਿਕਾਰੀ ਨੇ ਸੀਐਮ ਮਾਨ ਨੂੰ ਸ਼ਿਕਾਇਤ ਕੀਤੀ ਹੈ। ਖੇਡ ਵਿਭਾਗ ਦੇ ਵਿੱਚ ਗਲਤ ਤਰੀਕੇ ਦੇ ਨਾਲ ਨਿਯੁਕਤੀ ਦੀ ਵੀ ਸ਼ਿਕਾਇਤ ਹੈ। ਦਰਅਸਲ ਚੰਨੀ ਸਰਕਾਰ ਵੇਲੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ ਸਨ। ਖਿਡਾਰੀਆਂ ਦੇ ਖਾਤਿਆਂ ਦੇ ਵਿੱਚ ਰਾਸ਼ੀ ਪਾਉਣ ਤੋਂ ਬਾਅਦ ਵਾਪਸ ਲੈ ਲਈ ਗਈ। ਪਹਿਲਾਂ ਖਿਡਾਰੀਆਂ ਦੇ ਬੈਂਕ ਖਾਤਿਆਂ ਦੇ ਵਿੱਚ ਖੇਡ ਕਿੱਟਾਂ ਦੇ ਲਈ 3-3 ਹਜ਼ਾਰ ਰੁਪਏ ਸਿੱਧੇ ਟ੍ਰਾਂਸਫਰ ਕਰ ਦਿੱਤੇ ਤੇ ਅਗਲੇ ਦਿਨ ਖਿਡਾਰੀਆਂ ਤੋਂ ਖੇਡ ਫਰਮਾਂ ਦੇ ਨਾਮ ਤੇ ਚੈੱਕ ਅਤੇ ਬੈਂਕ ਡਰਾਫਟ ਦੇ ਰੂਪ ਦੇ ਵਿੱਚ ਰਕਮ ਵਾਪਸ ਲੈ ਲਈ ਗਈ। ਕਿੱਟਾਂ ਵਿਚਲੇ ਸਮਾਨ ਦੀ ਕੁਆਲਿਟੀ ਤੇ ਵੀ ਸਵਾਲ ਉੱਠੇ ਨੇ। ਦੂਜਾ ਨਾਂ ਹੈ ਸਾਬਕਾ ਮੰਤਰੀ ਓਪੀ ਸੋਨੀ ਦਾ। ਮਾਮਲਾ ਹੈ ਆਮਦਨ ਤੋਂ ਜ਼ਿਆਦਾ ਜਾਇਦਾਦ ਦਾ। ਤੇ ਤਸਵੀਰਾਂ ਨੇ ਅੰਮ੍ਰਿਤਸਰ ਦੇ ਡੀਆਰ ਇਨਕਲੇਵ ਦੀਆਂ, ਜਿੱਥੇ ਅਚਾਨਕ ਵਿਜੀਲੈਂਸ ਦੀ ਟੀਮ ਨੇ ਦਸਤਕ ਦਿੱਤੀ। ਚੰਡੀਗੜ੍ਹ ਤੋਂ ਸਿੱਧੀ ਟੀਮ ਅੰਮ੍ਰਿਤਸਰ ਪਹੁੰਚੀ ਤੇ ਓਪੀ ਸੋਨੀ ਦੀ ਨਵੀਂ ਬਣ ਰਹੀ ਕੋਠੀ ਦੀ ਪੈਮਾਇਸ਼ ਕੀਤੀ ਗਈ। ਇਸ ਤੋਂ ਇਲਾਵਾ ਓਪੀ ਸੋਨੀ ਦੇ ਹੋਰ ਵੀ ਕਈ ਟਿਕਾਣਿਆਂ ਤੇ ਵਿਜੀਲੈਂਸ ਦਾ ਐਕਸ਼ਨ ਨਜ਼ਰ ਆਇਆ। ਅੱਜ ਉਹਨਾਂ ਦੇ ਫਾਰਮ ਹਾਊਸ ਸੀਗਾ, ਹੋਟਲ ਆ, ਇੱਕ ਗਡਾਊਨ ਆ। ਚੰਡੀਗੜ੍ਹ ਤੋਂ ਟੀਮ ਆਈ ਹੈ ਜਿਹੜੀ ਅਸੀਂ ਉਹਨਾਂ ਦੀ ਪ੍ਰਾਪਰਟੀਆਂ ਦੀ ਅਸੈਸਮੈਂਟ ਕਰਾ ਰਹੇ ਹਾਂ, ਜਿਹੜੀਆਂ ਹੁਣ ਤੱਕ ਸਾਹਮਣੇ ਆਈਆਂ ਨੇ। ਉਹਦੇ ਮੁਤਾਬਕ ਹੀ ਆ ਜਿਹੜੀ ਅਸੈਸਮੈਂਟ ਕੀਤੀ ਜਾ ਰਹੀ ਹੈ। ਤਾਂ ਉਧਰ ਸਾਬਕਾ ਕਾਂਗਰਸ ਵਿਧਾਇਕ ਕੁਸ਼ਲਦੀਪ ਢਿੱਲੋਂ ਦਾ ਸਾਹਮਣਾ ਵੀ ਵਿਜੀਲੈਂਸ ਦੇ ਨਾਲ ਹੋਇਆ, ਜਿਨ੍ਹਾਂ ਨੂੰ ਪੁੱਛਗਿੱਛ ਦੇ ਲਈ ਫਰੀਦਕੋਟ ਵਿਜੀਲੈਂਸ ਦਫ਼ਤਰ ਬੁਲਾਇਆ ਗਿਆ ਤੇ ਕਰੀਬ 1 ਘੰਟੇ ਤੱਕ ਸਵਾਲ ਜਵਾਬ ਹੋਏ ਤੇ ਕਿੱਕੀ ਢਿੱਲੋਂ ਤੋਂ ਆਮਦਨ ਦੇ ਸਰੋਤਾਂ ਬਾਰੇ ਜਾਣਕਾਰੀ ਮੰਗੀ ਗਈ। ਵਿਜੀਲੈਂਸ ਦੇ ਮੁਤਾਬਿਕ ਕੇਸ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਨਾਲ ਜੁੜਿਆ ਹੋਇਆ ਤੇ ਇੱਕ ਸ਼ਿਕਾਇਤ ਦੇ ਆਧਾਰ ਤੇ ਸਾਬਕਾ ਵਿਧਾਇਕ ਨੂੰ ਤਲਬ ਕੀਤਾ ਗਿਆ ਸੀ। ਵਿੱਤ ਤੋਂ ਵੱਧ ਜਾਇਦਾਦ ਬਣਾਉਣ ਬਾਰੇ, ਬੇਨਾਮੀ ਜਾਇਦਾਦ ਵੀ ਜਿਹੜੀ ਕੋਈ ਕਿਸੇ ਦੇ ਨਾਮ ਤੇ ਬਣਾਉਣ ਬਾਰੇ ਜਿਹੜਾ ਸਾਡੇ ਕੋਲ ਹੈਗਾ, ਅਸੀਂ ਉਹਦੀ ਵਿਜੀਲੈਂਸ ਦੇ ਜਿਹੜੇ ਪਰਫਾਰਮੇ ਆ ਉਹ ਭਰਨ ਵਾਸਤੇ ਦਿੱਤੇ ਗਏ ਆ, ਜਿਹਦੇ ਸਾਰੇ ਆਪਣੇ ਪ੍ਰਾਪਰਟੀ ਦੇ ਵੇਰਵੇ ਜਿਹੜੇ ਦਰਜ ਕਰਕੇ ਸਾਨੂੰ ਇਹਦੀ ਉਹ ਦੇਣਗੇ। ਇਸ ਮਾਮਲੇ 'ਚ ਕੁਸ਼ਲਦੀਪ ਢਿੱਲੋਂ ਨੇ ਵੀ ਆਪਣੀ ਸਫਾਈ ਦਿੱਤੀ ਹੈ। ਇੱਕ ਬਿਜ਼ਨਸਮੈਨ ਹੈ, ਮੇਰਾ ਤਾਂ ਸਭ ਕੁਝ ਡਿਕਲੇਅਰਡ ਹੈ ਮੇਰੀ। ਸੋ ਅਸੀਂ ਤਾਂ ਹਰ ਇੱਕ ਸਾਲ ਆਪਦੀਆਂ ਇਨਕਮ ਟੈਕਸ ਰਿਟਰਨਸ ਭਰਦੇ ਹਾਂ। ਸੋ ਮੇਰੇ ਕੋਲ ਤਾਂ ਕੁਝ ਲੁਕਾਉਣ ਨੂੰ ਨਹੀਂ ਹੈ, ਸਭ ਕੁਝ ਔਨ ਪੇਪਰ ਔਨਲਾਈਨ ਹੈ। ਸੋ ਜੋ ਇਹਨਾਂ ਨੂੰ ਚਾਹੀਦਾ ਹੈ, ਜੇ ਪੁੱਛਣਗੇ ਉਹ ਸਾਡੇ ਵਕੀਲ ਸਾਹਿਬ ਇਹਨਾਂ ਨੂੰ ਬਣਾ ਕੇ, ਪਰ ਫਿਰ ਵੀ ਜੇ ਇਹਨਾਂ ਨੂੰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਜੋ ਮੰਗੋਗੇ ਅਸੀਂ ਦੇ ਦੇਵਾਂਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਸਾਬਕਾ ਮੰਤਰੀ ਵਿਜੀਲੈਂਸ ਦੀ ਰਡਾਰ ਤੇ ਆ ਚੁੱਕੇ ਨੇ ਤੇ ਕਈ ਮਾਮਲਿਆਂ ਦੇ ਵਿੱਚ ਜਾਂਚ ਜਾਰੀ ਹੈ ਤੇ ਹੁਣ ਜੋ ਨਵੇਂ ਨਾਮ ਸਾਹਮਣੇ ਆਏ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਵੀ ਕਈ ਖੁਲਾਸੇ ਹੋ ਸਕਦੇ ਨੇ। ਨਪਿੰਦਰ ਬਰਾੜ ਦੇ ਨਾਲ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ ਤੇ ਫਰੀਦਕੋਟ ਤੋਂ ਨਰੇਸ਼ ਸੇਠੀ, ਨਿਊਜ਼ 18 ਪੰਜਾਬ। ਹੁਣ ਗੱਲ ਕਰਾਂਗੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀ। ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਸ਼੍ਰੀਨਗਰ 'ਚ ਮੁਕੰਮਲ ਹੋਈ। ਬਰਫ਼ਬਾਰੀ ਦੇ ਵਿਚਾਲੇ ਖਤਮ ਹੋਈ ਯਾਤਰਾ ਨੇ ਸਿਆਸੀ ਪਾਰਾ ਜ਼ਰੂਰ ਚੜ੍ਹਾ ਦਿੱਤਾ ਹੈ। श्रीनगर विच भारत जोड़ो यात्रा मुकम्मल हुई तो आसमान तो बर्फ बरस रही सी। सियासी सांझेदार उमर अब्दुल्ला दे नाल खड़े राहुल गांधी नूं पहली नजरे तां पछाणना भी औखा सी। कश्मीरी पहनावा फेरन अते सिर ते टोपी पाई खड़े राहुल दी ये लुक बीते दिनां वाली जीन्स अते हाफ स्लीव टी-शर्ट वाली लुक तो बिल्कुल वख सी। राहुल दी तकरीर शुरू हुई तां जम्मू कश्मीर दे नाल परिवारक सांझ दा जिक्र होया ते नाल ही इत्थों मिले प्यार दे बहाने निशाना केंद्र सरकार ते भी लग्या। जम्मू कश्मीर के लोगों ने मुझे हैंड ग्रेनेड नहीं दिया, अपने दिल खोल कर प्यार दिया, गले लगे। जो हिंसा करवाता है, जैसे मोदी जी हैं, अमित शाह जी हैं, अजीत डोवल जी हैं, वो इस बात को समझ नहीं सकते हैं, वो दर्द को समझ नहीं सकते हैं। पुलवामा के जो सैनिक थे, उनके बच्चों के दिल में क्या हुआ मैं जानता हूं। मेरे दिल में वही हुआ है। जो यहाँ पे कश्मीर में लोग मरते हैं, उनके दिल में क्या होता है वो मैं समझता हूं, मेरी बहन समझती है।
ਰਾਹੁਲ ਦੀ ਤਕਰੀਰ ਖਤਮ ਹੋਈ ਤਾਂ ਸ਼ੁਰੂਆਤ ਸਿਆਸੀ ਪ੍ਰਤੀਕਰਮ ਦੀ ਹੋ ਗਈ। ਭਾਜਪਾ ਨੇ ਰਾਹੁਲ ਨੂੰ ਉਹਨਾਂ ਦੀ ਤਕਰੀਰ ਦੇ ਆਧਾਰ ਤੇ ਘੇਰਾ ਪਾ ਲਿਆ। ਇਲਜ਼ਾਮ ਲਾਇਆ ਕਿ ਰਾਹੁਲ ਫੌਜ ਦੇ ਬਹਾਨੇ ਸਿਆਸਤ ਕਰ ਰਹੇ ਨੇ। ਇਲਜ਼ਾਮ ਤਰਾਸ਼ੀਆਂ ਦੇ ਵਿੱਚ ਸੂਬੇ ਤੋਂ ਲੈ ਕੇ ਕੇਂਦਰ ਦੇ ਪੱਧਰ ਤੱਕ ਦੇ ਆਗੂ ਸ਼ਾमिल ਹੋ ਗਏ। और आपका ये वक्तव्य भारत की वीर सेना और उनके पराक्रम को छोटा दिखाने का प्रयास है। एक तरफ तो भारत का वीर बेटा बॉर्डर पर संघर्ष करते हुए लड़ रहा है और दूसरी तरफ आप ऐसी घटिया बयानबाजी करके उनके शौर्य का अपमान कर रहे हैं और भारत के अंदर भ्रम पैदा कर रहे हैं। ਪਰ ਇਹ ਸਾਰੀ ਸਿਆਸੀ ਰੱਸਾਕਸ਼ੀ ਦੇ ਵਿਚਾਲੇ ਯਾਤਰਾ ਦੇ ਸਮਾਪਨ ਦੀ ਇੱਕ ਹੋਰ ਤਸਵੀਰ ਹੈ ਜੋ ਸਿਆਸਤ ਤੋਂ ਜੁਦਾ ਹੈ। ਰਾਹੁਲ ਅਤੇ ਪ੍ਰਿਯੰਕਾ ਨੇ ਕਸ਼ਮੀਰ ਅਤੇ ਸ਼੍ਰੀਨਗਰ ਵਿੱਚ ਬਰਫ਼ਬਾਰੀ ਦਾ ਜਿਵੇਂ ਮਜ਼ਾ ਲਿਆ, ਉਸ ਦੀ ਕਸ਼ਮੀਰੀ ਗੀਤਾਂ ਦੀ ਧੁਨ ਤੇ ਬਣਾਈ ਰੀਲ ਚਰਚਾ ਦਾ ਵਿਸ਼ਾ ਬਣੀ ਅਤੇ ਕਾਂਗਰਸ ਵੱਲੋਂ ਵੀ ਇਸ ਨੂੰ ਸ਼ੇਅਰ ਕੀਤਾ ਗਿਆ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਹੁਣ ਗੱਲ ਕਰਾਂਗੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ। ਕੇਂਦਰ ਤੇ ਪੰਜਾਬ ਨੇ ਵੱਡੇ ਇਲਜ਼ਾਮ ਲਗਾਏ ਨੇ। ਉਹਨਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਸਮਰਥਕਾਂ ਤੇ ਵੀਜ਼ੇ ਰੋਕੇ ਜਾ ਰਹੇ ਨੇ। ਕੁਲਦੀਪ ਧਾਲੀਵਾਲ ਨੇ ਕਿਹਾ ਕਿ ਕੈਨੇਡਾ ਦੇ ਐਨਆਰਆਈਜ਼ ਨੂੰ ਵੀਜ਼ੇ ਲੈਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਪੰਜਾਬੀ ਐਨਆਰਆਈਜ਼ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਕੁਲਦੀਪ ਧਾਲੀਵਾਲ ਨੇ ਕਿਹਾ ਕਿ ਕੀ ਅੰਦੋਲਨ 'ਚ ਸ਼ਾਮਲ ਹੋਣਾ ਗੁਨਾਹ ਹੋ ਗਿਆ ਸੀਗਾ। ਕੇਂਦਰ ਦੇ ਸਾਹਮਣੇ ਆ ਸਾਰੇ ਮੁੱਦੇ ਚੁੱਕੇ ਜਾਣਗੇ ਤੇ ਕੇਂਦਰ ਤੇ ਕੁਲਦੀਪ ਸਿੰਘ ਧਾਲੀਵਾਲ ਨੇ ਵੱਡੇ ਇਲਜ਼ਾਮ ਲਗਾਏ ਨੇ। ਉਹਨਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਸਮਰਥਕਾਂ ਦੇ ਵੀਜ਼ੇ ਰੋਕੇ ਜਾ ਰਹੇ ਨੇ। ਦੱਸ ਦਈਏ ਕਿ 3 ਕਾਲੇ ਖੇਤੀ ਕਾਨੂੰਨ ਰੱਦ ਕਰਨ ਵਾਸਤੇ ਜੋ ਜਿੰਨੇ ਹੀ ਕਿਸਾਨੀ ਅੰਦੋਲਨ ਚੱਲਿਆ ਸੀਗਾ ਦਿੱਲੀ ਦੀ ਬਰੂਹਾਂ ਤੇ ਕਿਸਾਨ ਡਟੇ ਹੋਏ ਸੀਗੇ, ਉੱਥੇ ਹੀ ਐਨਆਰਆਈਜ਼ ਦੇ ਵੱਲੋਂ ਵੱਡਾ ਸਮਰਥਨ ਕਿਸਾਨਾਂ ਨੂੰ ਦਿੱਤਾ ਗਿਆ ਸੀਗਾ ਤੇ ਹੁਣ ਕੇਂਦਰ ਤੇ ਵੱਡੇ ਇਲਜ਼ਾਮ ਲਗਾਉਂਦੇ ਹੋਏ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨਜ਼ਰ ਆ ਰਹੇ ਨੇ। ਉਹਨਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਸਮਰਥਕਾਂ ਦੇ ਵੀਜ਼ੇ ਰੋਕੇ ਜਾ ਰਹੇ ਨੇ। ਉੱਥੇ ਕੈਨੇਡਾ ਦੇ ਐਨਆਰਆਈਜ਼ ਨੂੰ ਵੀਜ਼ੇ ਲੈਣ 'ਚ ਪਾਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬੀ ਐਨਆਰਆਈਜ਼ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਆ ਸਾਰੇ ਹੀ ਮਸਲੇ ਉਹ ਕੇਂਦਰ ਦੇ ਸਾਹਮਣੇ ਚੁੱਕਣਗੇ। ਉਹਨਾਂ ਨੇ ਕਿਹਾ ਕਿ ਕੀ ਅੰਦੋਲਨ ਸ਼ਾਮਲ ਹੋਣਾ ਗੁਨਾਹ ਹੋ ਗਿਆ। ਅਸੀਂ 2-3 ਇਸ਼ੂਆਂ ਦੇ ਉੱਤੇ ਜਿੱਦਾਂ ਮਤਲਬ ਇੰਟਰਨੈਸ਼ਨਲ ਫਲਾਈਟਾਂ ਦੇ ਉੱਤੇ ਚੰਡੀਗੜ੍ਹ ਤੇ ਇਹਦੇ ਲਈ ਅੰਮ੍ਰਿਤਸਰ ਲਈ ਇੱਕ ਜਿਹੜਾ ਇਹ ਵੀਜ਼ੇ ਦੀ ਜਿਹੜੀ ਪ੍ਰੋਬਲਮ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਇਕੱਲੇ ਕੈਨੇਡਾ 'ਚ ਹੈ, ਉਹ ਉਹਦੇ ਕਿਸੇ ਦੇਸ਼ 'ਚ ਨਹੀਂ ਗਈ। ਕੈਨੇਡਾ 'ਚ ਆਈ, ਉੱਥੇ ਵੀਜ਼ੇ ਦੇਣ 'ਚ ਉਹਨਾਂ ਨੇ ਦੇਰੀ ਕੀਤੀ, ਛਾਣਬੀਣ ਕੀਤੀ ਵੀ ਕੌਣ ਬੰਦਾ ਕੌਣ ਨਹੀਂਗਾ। ਇਹ ਮਸਲੇ ਸਾਰੇ ਆਪਾਂ ਸੈਂਟਰ ਗਵਰਨਮੈਂਟ ਦੇ ਨਾਲ ਜਿਹੜਾ ਉਹ ਰੱਖਾਂਗੇ ਵੀ ਇਹ ਤੁਸੀਂ ਮਤਲਬ ਚੀਜ਼ ਜਿਹੜੀ ਆ ਇਹ ਨਹੀਂ ਹੋਣੀ ਚਾਹੀਦੀ। ਕਿਸੇ ਨੇ ਕਿਸੇ ਅੰਦੋਲਨ ਦੀ ਮਦਦ ਕੀਤੀ ਤੇ ਇਹਦਾ ਮਤਲਬ ਥੋੜਾ ਕੋਈ ਬੰਦਾ ਕੋਈ ਦੋਸ਼ੀ। ਦੂਜੀ ਗੱਲ ਹੈ ਕਿ ਕਿਸਾਨ ਅੰਦੋਲਨ ਕੋਈ ਲੋਕ ਵਿਰੋਧੀ ਅੰਦੋਲਨ ਥੋੜਾ। ਕਿਸਾਨ ਅੰਦੋਲਨ ਤੇ ਪੰਜਾਬ ਦੀ ਕਿਸਾਨੀ ਨੂੰ ਖੇਤੀਬਾੜੀ ਨੂੰ ਬਚਾਉਣ ਲਈ ਅੰਦੋਲਨ। ਸਰਕਾਰ ਨੂੰ ਆਪਣੀ ਇਹ ਨੀਤੀ ਜਿਹੜੀ ਉਹ ਬੰਦ ਕਰਨੀ ਚਾਹੀਦੀ।